बहुत ही ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਬਹੁਤ ਹੀ ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਵਿਖਿਆਨ ਦੇ ਵਿੱਚ ਜਿਹੜੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸੀ, ਉਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਜਿਹੜੇ ਵਰਤਾਰੇ ਅੱਜ ਅਫਗਾਨਿਸਤਾਨ ਦੇ ਵਿੱਚ ਵਾਪਰੇ ਨੇ ਉਹਨਾਂ ਦੇ ਪਿਛੋਕੜ ਦੇ ਨਾਲ, ਉਹਨਾਂ ਦੇ ਅਤੀਤ ਦੇ ਨਾਲ ਸੀ। ਔਰ ਉਸੇ ਵਿਖਿਆਨ ਦੇ ਦੌਰਾਨ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਦੇ ਉੱਪਰ ਜਾਂ ਫਿਰ ਜਿਹੜਾ ਸਿੱਖ ਸੰਘਰਸ਼ ਹੈ, ਕੀ ਉਹ ਇਸ ਤੋਂ ਅਸਰ ਅੰਦਾਜ਼ ਹੋ ਸਕਦਾ ਹੈ, ਕਿੰਨਾ ਕੁ ਜੋੜ ਕੇ ਵੇਖਿਆ ਜਾ ਸਕਦਾ ਹੈ ਅਤੇ ਕਿੰਨਾ ਕੁ ਪ੍ਰਭਾਵ ਜਿਹੜਾ ਇਸ ਦਾ ਪਵੇਗਾ। ਸੋ ਇੱਕ ਗੱਲ ਤਾਂ ਮੈਂ ਆਰੰਭ ਦੇ ਵਿੱਚ ਹੀ ਸਪਸ਼ਟ ਕਰ ਦੇਵਾਂ ਕਿ ਕੁਝ ਵੀ ਤੁਸੀਂ ਪੁਖਤਾ ਤੌਰ 'ਤੇ ਨਹੀਂ ਕਹਿ ਸਕਦੇ ਅੱਜ ਦੇ ਜਿਹੜੇ ਹਾਲਾਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਖਿੱਤੇ ਦੇ ਵਿੱਚ ਕਿਹੜੇ ਵਰਤਾਰੇ ਵਾਪਰਨਗੇ, ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਨਮ ਲੈਣਗੀਆਂ। ਉਹਨਾਂ ਸੰਭਾਵਨਾਵਾਂ ਦੇ ਵਿੱਚੋਂ ਕਿਸੇ ਧਿਰ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਸ ਦੇ ਬਾਰੇ ਅੱਜ ਦੀ ਤਾਰੀਖ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਪਰ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਿਛਲੇ ਵਿਖਿਆਨ ਦੇ ਵਿੱਚ ਵੀ ਕਿ ਜਦੋਂ ਤਾਲਿਬਾਨ ਆਪਣੀ ਇਸਲਾਮਿਕ ਯੂਰਿਸਪ੍ਰੂਡੈਂਸ ਦੇ ਵਿੱਚ ਜਾਂ ਸਕੂਲ ਆਫ ਥਾਟ ਦੇ ਵਿੱਚ ਜਾਂ ਉਸ ਫਰੇਮ ਦੇ ਵਿੱਚ, ਉਸ ਢਾਂਚੇ ਵਿੱਚ ਰਹਿ ਕੇ ਦਾਰੁਲ ਇਸਲਾਮ ਦੀ ਗੱਲ ਕਰਨਗੇ ਤਾਂ ਉਹ ਜਿਹੜਾ ਨਕਸ਼ਾ ਜਾਂ ਜਿਹੜਾ ਉਹ ਤਸੱਵਰ ਕਰਨਗੇ, ਉਹ ਤਸਵੀਰ ਉਹੀ ਹੋਵੇਗੀ ਜੋ ਉਹਨਾਂ ਦੇ ਹਨਫੀ ਸਕੂਲ ਆਫ ਥਾਟ ਦੀ ਹੈ, ਜਿਸ ਨੂੰ ਅਬੂ ਹਨੀਫਾ ਨਾਮ ਦੇ ਕੂਫਾ ਦੇ ਸਕਾਲਰ ਨੇ ਪੇਸ਼ ਕੀਤਾ ਸੀ ਜਾਂ ਉਸ ਦਾ ਤਸੱਵਰ ਕੀਤਾ ਸੀ। ਸੋ ਉਹਦੇ ਵਿੱਚ ਸਾਰੀ ਗੱਲ ਸ਼ਰੀਅਤ ਦੇ ਉੱਪਰ ਆ। ਅੱਜ ਵੀ ਜਦੋਂ ਤੁਸੀਂ ਤਾਲਿਬਾਨ ਦੇ ਜਿਹੜੇ ਬੁਲਾਰੇ ਨੇ ਜ਼ਬੀਉੱਲਾ ਮੁਜਾਹਿਦ, ਜਦੋਂ ਜ਼ਬੀਉੱਲਾ ਮੁਜਾਹਿਦ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਸਵਾਲਾਂ ਦੇ ਜਵਾਬ ਦਿੱਤੇ ਨੇ, ਚਾਹੇ ਉਹਨਾਂ ਸਵਾਲਾਂ ਦਾ ਸੰਬੰਧ ਵਿੱਦਿਆ ਦੇ ਬਾਰੇ ਸੀ, ਔਰਤਾਂ ਦੇ ਹਕੂਕ ਦੇ ਬਾਰੇ ਸੀ, ਉੱਥੋਂ ਦੇ ਮੀਡੀਆ ਦੇ ਬਾਰੇ ਸੀ, ਸਰਕਾਰ ਦੇ ਚਲਨ, ਲੋਕਾਂ ਦੀਆਂ ਸਹੂਲਤਾਂ, ਜਿੰਨੇ ਵੀ ਸਵਾਲਾਂ ਦੇ ਜਵਾਬ ਪੁੱਛੇ ਗਏ, ਉਹਨਾਂ ਦਾ ਹਰ ਗੱਲ ਦੇ ਉੱਪਰ ਇੱਕ ਗੱਲ ਬੜੀ ਸਪਸ਼ਟ ਸੀ ਕਿ ਵਿਦਿਨ ਦਾ ਲਿਮਿਟਸ ਆਫ ਸ਼ਰੀਅਤ ਜਾਂ ਇਸਲਾਮਿਕ ਲਾ, ਕਿ ਕੁਝ ਪਹਿਲਾਂ ਦੇ ਨਾਲੋਂ ਸਹੂਲਤਾਂ ਜਾਂ ਤਰਮੀਮਾਂ ਜਾਂ ਫਿਰ ਸੋਧਾਂ ਹੋਣਗੀਆਂ, ਪਰ ਉਹਦੇ ਵਾਸਤੇ ਜਿਹੜਾ ਉਹਨਾਂ ਦੀ ਸ਼ਰੀਅਤ ਹੈ ਉਹਦੇ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਅਤੇ ਮੈਂ ਪਿਛਲੇ ਲੈਕਚਰ ਨੂੰ ਫਿਰ ਬੇਨਤੀ ਕਰਾਂਗਾ ਜਿਨ੍ਹਾਂ ਨੇ ਨਹੀਂ ਸੁਣਿਆ ਕਿ ਉਹਦੇ ਵਿੱਚ ਜਦੋਂ ਤੁਸੀਂ ਇਸਲਾਮਿਕ ਸਕੂਲ ਆਫ ਥਾਟ ਦੇ ਵਿੱਚ ਜਿਹੜੇ ਪ੍ਰਾਇਮਰੀ ਅਤੇ ਸੈਕੰਡਰੀ ਸੋਰਸਿਸ ਦੀ ਗੱਲ ਕਰੋਗੇ, ਉਹਨਾਂ ਸੈਕੰਡਰੀ ਸੋਰਸਿਸ ਦੇ ਵਿੱਚ ਜਦੋਂ ਇਜ਼ਮਾ ਅਤੇ ਕਿਆਸ ਦੀ ਗੱਲ ਆਵੇਗੀ ਤਾਂ ਕੁਝ ਤਬਦੀਲੀਆਂ ਦੀਆਂ ਸੰਭਾਵਨਾਵਾਂ ਮੈਂ ਪਹਿਲਾਂ ਵੀ ਦੱਸੀਆਂ ਸੀ, ਇੱਕ ਦੋ ਉਦਾਹਰਨਾਂ ਵੀ ਦੱਸੀਆਂ ਸੀ। ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਸਿੱਖ ਸੁਰਤ ਦੇ ਵਿੱਚ ਕਹਿ ਸਕਦੇ ਹਾਂ ਕਿ ਇੰਨਾ ਜ਼ਿਆਦਾ ਇਸ ਸਾਰੇ ਵਰਤਾਰੇ ਦੇ ਉੱਪਰ ਇੱਕ ਉਤਸ਼ਾਹ ਨੇ ਜਨਮ ਲਿਆ। ਕਿਤੇ ਨਾ ਕਿਤੇ ਉਸ ਦੇ ਜਿਹੜੇ ਕਾਰਨ ਨੇ ਉਹ ਸਾਡੇ ਅਤੀਤ ਦੇ ਵਿੱਚ, ਸਾਡੀ ਤਵਾਰੀਖ ਦੇ ਵਿੱਚ ਪਏ ਨੇ, ਕਿਉਂਕਿ ਸਿੱਖ ਧਰਮ ਦਾ ਸੰਬੰਧ ਇਸ ਖਿੱਤੇ ਦੇ ਨਾਲ ਉਸ ਸਮੇਂ ਦਾ ਹੈ ਜਦੋਂ ਅਜੇ ਅਫਗਾਨਿਸਤਾਨ ਹੋਂਦ ਦੇ ਵਿੱਚ ਵੀ ਨਹੀਂ ਸੀ ਆਇਆ। ਪਰ ਜਿਹੜਾ ਉਤਸ਼ਾਹ, ਜਿਸ ਤਰ੍ਹਾਂ ਦਾ ਉਤਸ਼ਾਹ ਸੋਸ਼ਲ ਮੀਡੀਆ ਦੇ ਉੱਪਰ ਵੇਖਣ ਨੂੰ ਮਿਲ ਰਿਹਾ ਹੈ, ਉਹਦੇ ਪਿੱਛੇ ਦੋ ਤਿੰਨ ਕਾਰਨ ਨੇ। ਇੱਕ ਤਾਂ ਇੱਕ ਜਿਹੜੀ ਖੜੋਤ ਸੀ, ਜਿਹੜੀ ਖੜੋਤ ਪਿਛਲੇ ਕੁਝ ਸਮੇਂ ਤੋਂ ਇਸ ਵਿਚਾਰ ਕਰਕੇ ਤਕਰੀਬਨ ਸੰਘਰਸ਼ੀਲ ਧਿਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਦੀਆਂ ਮਾਨਸਿਕ ਸਤਾਵਾਂ ਦੇ ਵਿੱਚ ਜਾਂ ਮਾਨਸਿਕਤਾ ਦੇ ਵਿੱਚ ਪਾ ਦਿੱਤੀ ਗਈ ਸੀ ਕਿ ਅੱਜ ਦਾ ਸਮਾਂ ਕੇਵਲ ਵਿਚਾਰ ਦਾ ਹੈ। ਸੋ ਤਾਲਿਬਾਨ ਦੇ ਨਾਲ ਜਿਹੜੀ ਹਥਿਆਰ ਅਤੇ ਵਿਚਾਰ ਦੀ ਸਾਂਝੀ ਸੱਤਾ ਦੇ ਉੱਪਰ ਕਾਬਜ਼ ਹੋਣ ਦੀ ਗੱਲ ਆਈ ਹੈ, ਉਹਦੇ ਨਾਲ ਕਿਤੇ ਨਾ ਕਿਤੇ ਉਹ ਖੜੋਤ ਟੁੱਟੀ ਹੈ ਕਿ ਵਿਚਾਰ ਅਤੇ ਹਥਿਆਰ ਜਿਹੜੇ ਨੇ ਉਹ ਇੱਕ ਦੂਜੇ ਦੇ ਪੂਰਕ ਨੇ।
ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਸੰਘਰਸ਼ੀਲ ਧਿਰਾਂ ਨੇ, ਉਹਨਾਂ ਨੇ ਇਸ ਸਾਰੇ ਵਰਤਾਰੇ ਨੂੰ ਇਸ ਨਜ਼ਰੀਏ ਤੋਂ ਵੇਖਿਆ ਕਿ ਜਿਹੜਾ ਉਹਨਾਂ ਦਾ ਹਥਿਆਰਬੰਦ ਸੰਘਰਸ਼ ਸੀ ਉਹਦੇ ਵਿੱਚ ਵੀ ਜਿੱਤ ਦੀਆਂ ਸੰਭਾਵਨਾਵਾਂ ਇਵੇਂ ਦੀਆਂ ਹੀ ਸੀ। ਸੋ ਕਿਤੇ ਨਾ ਕਿਤੇ ਸਾਰੀ ਸਾਡੀ ਮਾਨਸਿਕਤਾ ਉਸ ਰੂਪ ਦੇ ਵਿੱਚ ਵੇਖਦੀ ਹੈ। ਦੂਜਾ, ਜਦੋਂ ਅਸੀਂ ਇਸ ਦਾ ਬੜੇ ਨਿਰਪੱਖਤਾ ਦੇ ਨਾਲ ਅਧਿਐਨ ਕਰਾਂਗੇ ਤਾਂ ਇੱਕ ਗੱਲ ਵੀ ਖਿਆਲ ਦੇ ਵਿੱਚ ਰੱਖਣੀ ਪਵੇਗੀ ਕਿ ਬੇਸ਼ੱਕ ਇਸ 2 ਦਹਾਕਿਆਂ ਦੀ ਜੰਗ ਦੇ ਵਿੱਚ ਅਮਰੀਕਾ ਜਾਂ ਹੋਰ ਫੌਜਾਂ ਦੇ ਨਾਲ ਤਾਲਿਬਾਨ ਨੂੰ ਹਥਿਆਰਬੰਦ ਸੰਘਰਸ਼ ਲੜਨਾ ਪਿਆ ਹੈ, ਪਰ ਇਹਦੇ ਨਾਲ ਨਾਲ ਉਹਨਾਂ ਨੇ ਟੇਬਲ ਟਾਕ ਦਾ, ਵਿਚਾਰ ਦਾ ਪੱਲਾ ਵੀ ਨਹੀਂ ਛੱਡਿਆ। ਸੋ ਕਹਿ ਸਕਦੇ ਹਾਂ ਕਿ ਇਹ ਦੋਵੇਂ ਚੀਜ਼ਾਂ, ਜਦੋਂ ਅੱਜ ਅਸੀਂ ਤਾਲਿਬਾਨ ਨੂੰ ਰਾਜ ਸੱਤਾ ਦੇ ਉੱਪਰ ਵੇਖ ਰਹੇ ਹਾਂ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ, ਵਿਚਾਰ ਤੇ ਹਥਿਆਰ ਜਿਹੜੇ ਨੇ, ਇੱਕ ਦੂਜੇ ਦੇ ਪੂਰਕ ਬਣ ਕੇ ਚੱਲੇ ਨੇ। ਤੇ ਜੇਕਰ ਹਥਿਆਰਾਂ ਦੀ ਵਰਤੋਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪਹਿਲੀ ਸੱਤਾ ਦੇ ਦੌਰਾਨ ਕੀਤੀ, ਜੇ ਉਸੇ ਤਰ੍ਹਾਂ ਹੀ ਹੋਵੇਗੀ ਤਾਂ ਫਿਰ ਤਬਦੀਲੀ ਅੱਗੇ ਕੋਈ ਹੋਰ ਰੂਪ ਵੀ ਲੈ ਸਕਦੀ ਹੈ, ਜਾਂ ਉੱਥੇ ਫਿਰ ਅੱਗੋਂ ਬਗਾਵਤ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਸ ਖਿੱਤੇ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪਰ ਜਿਸ ਤਰ੍ਹਾਂ ਉਹਨਾਂ ਦੇ ਕਤਰ ਦੇ ਵਿੱਚ ਜਿਹੜੇ ਉਹਨਾਂ ਦੇ ਰਾਜਨੀਤਿਕ ਪੱਖ ਤੋਂ ਤਾਲਿਬਾਨ ਦੇ ਬੁਲਾਰੇ ਸੀ ਸੁਹੇਲ ਸ਼ਹੀਨ, ਉਹਨਾਂ ਦਾ ਜਿਹੜਾ ਨਜ਼ਰੀਆ ਜਾਂ ਗੱਲਬਾਤ ਜਿਹੜੀ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਪਰ ਜਾਂ TV ਚੈਨਲ ਦੇ ਉੱਪਰ ਜਿਹੜੀ ਪ੍ਰਸਾਰਿਤ ਹੋਈ ਹੈ, ਉਹਦੇ ਤੋਂ ਕੁਝ ਗੱਲਾਂ ਤਾਂ ਬੜੀਆਂ ਸਪਸ਼ਟ ਹੋ ਜਾਂਦੀਆਂ ਨੇ ਕਿ 20 ਸਾਲਾਂ ਦੇ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਦਾਇਰੇ ਦੇ ਉੱਪਰ ਕੂਟਨੀਤਿਕ ਤੌਰ 'ਤੇ ਆਪਣੇ ਆਪ ਨੂੰ ਮਜ਼ਬੂਤ ਬਹੁਤ ਕੀਤਾ ਹੈ। ਤੇ ਮੇਰੇ ਖਿਆਲ ਨਾਲ ਇਸਲਾਮਾਬਾਦ ਦੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਇਹ ਸੁਹੇਲ ਸ਼ਹੀਨ, ਤੇ ਇਸ ਤੋਂ ਪਹਿਲਾਂ ਉਹ ਚੰਗੇ ਅਹੁਦਿਆਂ ਦੇ ਉੱਪਰ ਵੀ ਰਹਿ ਚੁੱਕਾ ਹੈ। ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਉਹ ਡਿਪਟੀ ਅੰਬੈਸਡਰ ਦੇ ਵਜੋਂ ਵੀ ਇਸ ਅਹੁਦੇ ਦੇ ਉੱਪਰ ਵੀ ਕੰਮ ਕਰ ਚੁੱਕਾ ਹੈ। ਸੋ ਅੱਜ ਜਿਹੜੇ ਉਹਨਾਂ ਦੇ ਵਿਚਾਰ ਨੇ, ਉਹ ਵਿਚਾਰ ਕੇਵਲ ਤੇ ਕੇਵਲ ਸੱਤਾ 'ਤੇ ਕਬਜ਼ਾ ਕਰਨ ਤੱਕ ਸੀਮਤ ਨਹੀਂ ਹੈ, ਬਲਕਿ ਰਾਜ ਸੱਤਾ ਨੂੰ ਰਾਜਨੀਤੀ ਦੇ ਨਾਲ ਚਲਾਉਣ ਤੱਕ ਸੀਮਤ ਨੇ। ਸੋ ਇਸ ਕਰਕੇ ਸੰਭਾਵਨਾ ਹੈ ਕਿ ਇਸ ਵਾਰੀ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਜਾਂ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਜਾਂ ਜਿਹੜੀਆਂ ਉਹਨਾਂ ਦੀਆਂ ਕਾਰਜਵਿਧੀਆਂ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਜ਼ਰੂਰ ਹੋਣਗੀਆਂ, ਜਿਨ੍ਹਾਂ ਦੇ ਬਾਰੇ ਉਹਨਾਂ ਦੇ ਬੁਲਾਰੇ ਨੇ ਕਹਿ ਵੀ ਦਿੱਤਾ ਹੈ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਾਲ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਕਿ ਸ਼ਰੀਅਤ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੀਆਂ ਲਿਮਿਟਸ ਦੇ ਵਿੱਚ ਰਹਿ ਕੇ ਉਹ ਜਿੰਨੇ ਕੁ ਬਦਲਾਅ ਕਰ ਸਕਦੇ ਨੇ, ਗੱਲ ਉੱਥੋਂ ਤੱਕ ਹੀ ਸੀਮਤ ਰਹੇਗੀ। ਸੋ ਜਦੋਂ ਅਸੀਂ ਸਿੱਖ ਨਜ਼ਰੀਏ ਤੋਂ ਵੇਖਦੇ ਹਾਂ ਅੱਜ ਦੀਆਂ ਸੰਘਰਸ਼ੀਲ ਧਿਰਾਂ ਦੇ ਪੱਖ ਦੇ ਵਿੱਚ ਖੜੇ ਹੋ ਕੇ, ਤਾਂ ਇਹ ਕੇਵਲ ਤੇ ਕੇਵਲ ਅਜੇ ਕਿਆਸ ਰਹੀਆਂ ਨੇ, ਕਿਉਂਕਿ ਅਜੇ ਤੱਕ ਤਾਂ ਇਹ ਵੀ ਸਪਸ਼ਟ ਨਹੀਂ ਹੈ ਕਿ ਅਮਰੀਕਾ ਨੇ ਉੱਥੇ ਤਾਕਤ ਦਾ ਜਾਂ ਰਾਜਨੀਤਿਕ ਸੱਤਾ ਦਾ ਬਦਲਾਅ ਕੀਤਾ ਹੈ ਜਾਂ ਅਮਰੀਕਾ ਉੱਥੋਂ ਨਿਕਲਿਆ। ਦੂਸਰੀ ਗੱਲ, ਅਜੇ ਤੱਕ ਬੇਸ਼ੱਕ ਕੁਝ ਦੇਸ਼ਾਂ ਨੇ ਉਹਨਾਂ ਨੂੰ ਬਤੌਰ ਨਵੇਂ ਰਾਜਨੀਤਿਕ ਧਿਰ ਦੇ ਵਜੋਂ ਮਾਨਤਾ ਦੇ ਦਿੱਤੀ ਹੈ, ਪਰ ਅਜੇ ਤੱਕ ਇਹ ਨਹੀਂ ਪਤਾ ਕਿ ਜਿਹੜਾ ਇਸ ਖਿੱਤੇ ਦੇ ਵਿੱਚ ਰਾਜਨੀਤਿਕ ਤੇ ਦੇਸ਼ਾਂ ਦੀਆਂ ਧਿਰਾਂ ਦਾ ਧਰੁਵੀਕਰਨ ਚੱਲ ਰਿਹਾ ਹੈ, ਜਿਹੜਾ ਬਹੁਤ ਵੱਡੇ ਪੱਧਰ ਦੇ ਉੱਪਰ ਜੀਓਪੋਲਿਟਿਕਸ ਦੇ ਸਦਕਾ ਇਸ ਖਿੱਤੇ ਨੂੰ ਪ੍ਰਭਾਵਿਤ ਕਰਦਾ ਹੈ ਕਿ ਉਹ ਤਾਲਿਬਾਨ ਜਿਹੜੇ ਨੇ ਉਹ ਕਿਸ ਗੁੱਟ ਦੇ ਵਿੱਚ ਖੜੇ ਹੋਣਗੇ। ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਚੀਨ ਨੂੰ ਇਸ ਖਿੱਤੇ ਦੇ ਵਿੱਚ ਅੰਤਰਰਾਸ਼ਟਰੀ ਤੌਰ 'ਤੇ ਵੱਧਦੀ ਆਰਥਿਕ ਤੇ ਫੌਜੀ ਤਾਕਤ ਦੇ ਰੂਪ ਦੇ ਵਿੱਚ ਵੇਖਿਆ ਜਾ ਰਿਹਾ, ਜੇਕਰ ਤਾਲਿਬਾਨ ਅਮਰੀਕਾ ਦੇ ਗੁੱਟ ਦੇ ਵਿੱਚ, ਜਿਹੜੀ ਕਿ ਵੈਸੇ ਆਸ ਨਹੀਂ ਹੈ, ਜੇਕਰ ਰਹਿੰਦੇ ਨੇ ਤਾਂ ਉਹ ਇਲਾਕਾ ਜਿਹੜਾ ਉਹਨਾਂ ਦਾ ਜਿਹੜਾ ਖਿੱਤਾ ਹੈ ਉਹ ਚੀਨ ਦੀ ਇਸ ਵੱਧ ਰਹੀ ਆਰਥਿਕ ਤੇ ਫੌਜੀ ਤਾਕਤ ਦੇ ਖਿਲਾਫ ਵਰਤਿਆ ਜਾ ਸਕਦਾ ਹੈ। ਪਰ ਉਹਨਾਂ ਦੇ ਬੁਲਾਰੇ ਨੇ ਇਸ ਸਾਰੇ ਵਰਤਾਰੇ ਉੱਪਰ ਫਿਲਹਾਲ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਲਗਾ ਦਿੱਤਾ ਹੈ, ਜਦੋਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੀ ਸਰਜ਼ਮੀਨ ਨੂੰ ਕਿਸੇ ਹੋਰ ਦੇਸ਼ ਨੂੰ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸੋ ਇਹ ਕਿਆਸ ਰਾਈਆਂ ਦੇ ਉੱਪਰ ਇੱਕ ਸਵਾਲੀਆ ਚਿੰਨ੍ਹ ਹੈ। ਦੂਸਰੀਆਂ ਕਿਆਸ ਰਾਈਆਂ ਉਹ ਨੇ ਕਿ ਜੇਕਰ ਉਹ ਉਸੇ ਗੁੱਟ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਚੀਨ ਪਾਕਿਸਤਾਨ ਦੇ ਵਿੱਚ
ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਆ ਉਹਦੇ ਉੱਪਰ ਪ੍ਰਭਾਵ ਪੈ ਸਕਦਾ ਹੈ। ਪਰ ਜੇਕਰ ਉਹ ਚੀਨੀ ਧਿਰ ਦੇ ਵਿੱਚ, ਜਿਹੜੀ ਧਿਰ ਚੀਨ, ਪਾਕਿਸਤਾਨ, ਰਸ਼ੀਆ, ਈਰਾਨ ਅਤੇ ਫਲਸਤੀਨ ਦੀ ਬਣ ਰਹੀ ਹੈ, ਜੇਕਰ ਉਹ ਉਸ ਧਿਰ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਅਮਰੀਕਾ ਵਾਲੀ ਧਿਰ ਹੈ, ਜਿਹਦੇ ਵਿੱਚ ਇਜ਼ਰਾਈਲ, ਭਾਰਤ, ਯੂਰਪ ਦੇ ਦੇਸ਼ ਇਹ ਸਾਰੇ ਨੇ, ਫਿਰ ਇਸ ਧਿਰ ਦੇ ਵਾਸਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਚੁਣੌਤੀਆਂ ਜ਼ਰੂਰ ਪੈਦਾ ਹੋਣਗੀਆਂ। ਸੋ ਉਹਨਾਂ ਚੁਣੌਤੀਆਂ ਦੇ ਮੱਦੇਨਜ਼ਰ ਜਿਹੜੀਆਂ ਸਰਹੱਦੀ ਖੇਤਰ ਦੀਆਂ ਘੱਟ ਗਿਣਤੀ ਕੌਮੀਅਤਾਂ ਨੇ, ਉਹਨਾਂ ਨੂੰ ਸੰਘਰਸ਼ ਦੇ ਕੇਸ ਰੂਪ ਦੇ ਵਿੱਚ ਉਹਨਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅੱਜ ਦੀ ਤਾਰੀਖ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਦੋਂ ਅਸੀਂ ਸਿੱਖ ਨਜ਼ਰੀਏ ਤੋਂ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਨੂੰ ਵੇਖਦੇ ਹਾਂ ਤਾਂ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਕੋਈ ਉਹ ਸਮਾਂ ਸੀ, ਜੇਕਰ ਅਸੀਂ 1970 ਤੋਂ ਪਹਿਲਾਂ ਦੇ ਹਾਲਾਤ ਵੇਖਦੇ ਹਾਂ ਤਾਂ ਜਿਹੜੀ ਸਿੱਖਾਂ ਦੀ ਉੱਥੇ ਆਬਾਦੀ ਦੀ ਅਨੁਪਾਤ ਹੈ ਉਹ 2 ਤੋਂ ਲੈ ਕੇ 4% ਤੱਕ ਵੀ ਰਹੀ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਸੈਂਕੜਿਆਂ ਦੇ ਵਿੱਚ ਗਿਣਤੀ ਦਾ ਆ ਜਾਣਾ, ਅਤੇ ਉਹਦੇ ਪਿੱਛੇ ਇਹ ਜਿਹੜੇ 2 ਗੁੱਟ ਨੇ ਜਿਨ੍ਹਾਂ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਇੱਕ ਅਮਰੀਕਾ ਵਾਲਾ ਧੜਾ, ਇੱਕ ਚੀਨ ਵਾਲਾ ਧੜਾ, ਇੱਕ ਦਾ ਬੁਲਾਰਾ BBC ਹੈ, ਇੱਕ ਦਾ ਅਲ ਜਜ਼ੀਰਾ ਹੈ। ਸੋ ਇਹਨਾਂ ਧੜਿਆਂ ਦੀ ਆਪਸੀ ਗੁੱਟਬੰਦੀ ਦਾ ਸ਼ਿਕਾਰ ਵੀ ਹੋਏ ਨੇ ਉੱਥੇ ਘੱਟ ਗਿਣਤੀ ਵਸਣ ਵਾਲੇ ਸਿੱਖ, ਅਤੇ ਇੱਥੋਂ ਤੱਕ ਕਿ ਹਿੰਦੂ ਵੀ। ਪਰ ਸਿੱਖਾਂ ਨੂੰ ਇਸ ਚੀਜ਼ ਦਾ ਨੁਕਸਾਨ ਵੱਡੇ ਪੱਧਰ 'ਤੇ ਭੁਗਤਣਾ ਪਿਆ, ਭਾਵੇਂ ਕਿ ਪਿਛਲੀ ਵਾਰ ਜਦੋਂ ਤਾਲਿਬਾਨ ਸੱਤਾ ਦੇ ਵਿੱਚ ਆਏ ਸੀ ਅਤੇ ਕੁਝ ਸਮੱਸਿਆਵਾਂ ਸਿੱਖਾਂ ਨੂੰ ਆਈਆਂ ਤਾਂ ਹਕੂਮਤ ਦੇ ਨਾਲ ਜਦੋਂ ਸਿੱਖਾਂ ਦੇ ਆਗੂਆਂ ਦੀਆਂ ਜਿਹੜੀਆਂ ਮੁਲਾਕਾਤਾਂ ਹੋਈਆਂ, ਉਹਨਾਂ ਵਿੱਚ ਤਾਲਿਬਾਨ ਨੇ ਕੁਛ ਰਿਆਇਤਾਂ ਵੀ ਦਿੱਤੀਆਂ ਅਤੇ ਇਹਦੇ ਨਾਲ ਉਹਨਾਂ ਨੇ ਕੁਛ ਖਾਸ ਪਛਾਣ ਦੇ ਬਾਰੇ ਕਿ ਸਿੱਖਾਂ ਦੀ ਇੱਕ ਖਾਸ ਜਿਹੜੀ ਪਛਾਣ ਹੈ ਉਹ ਨਿਰਧਾਰਿਤ ਕੀਤੀ ਜਾਵੇਗੀ। ਕੁਝ ਇਸ ਤਰ੍ਹਾਂ ਦੇ ਪ੍ਰਸਤਾਵ ਵੀ ਨਾਲ ਸਿੱਖਾਂ ਦੇ ਸਾਂਝੇ ਕੀਤੇ, ਪਰ ਉਹ ਅੱਗੇ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਸਕੀ, ਉਹ ਗੱਲ ਵੱਖਰੀ ਸੀ। ਉਸ ਤੋਂ ਬਾਅਦ ਜਿੰਨੀ ਵਾਰ ਵੀ ਸਮੂਹਿਕ ਤੌਰ 'ਤੇ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ, ਇਹ ਬੜੀ ਅਹਿਮ ਗੱਲ ਹੈ। ਅਜੇ ਤੱਕ ਤਾਲਿਬਾਨ ਨੇ ਅਤੇ ਅਫਗਾਨਿਸਤਾਨ ਦੀ ਸਰਕਾਰ ਨੇ ਜਿਹੜੀ ਵੀ ਸੱਤਾ ਵਿੱਚ ਰਹੀ ਹੈ ਉਸ ਦਾ ਉਹਨਾਂ ਨੇ ਖੰਡਨ ਵੀ ਕੀਤਾ ਹੈ ਅਤੇ ਪ੍ਰਭਾਵਿਤ ਧਿਰ ਦੇ ਨਾਲ ਹਮਦਰਦੀ ਵੀ ਜ਼ਾਹਰ ਕੀਤੀ ਹੈ। ਉਹਨਾਂ ਦੀ ਜ਼ਿੰਮੇਵਾਰੀ ਹਮੇਸ਼ਾ ISIS ਗਰੁੱਪ ਵੱਲੋਂ ਲਈ ਜਾਂਦੀ ਰਹੀ ਹੈ। ਹੁਣ ਇਹਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਉੱਥੇ 2 ਧਿਰਾਂ ਹਥਿਆਰਬੰਦ ਸੰਘਰਸ਼ ਦੇ ਵਿੱਚ ਸੰਘਰਸ਼ੀਲ ਨੇ ਅਤੇ ਉਸ ਖਿੱਤੇ ਦੀ ਰਾਜਨੀਤਿਕ ਸੱਤਾ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹਦੀ ਜਿਹੜੀ ਧੜਾਬੰਦੀ ਹੈ ਉਹਦੇ ਵਿੱਚ ਵੀ ਜਿਹੜਾ ਸਿੱਖਾਂ ਨੂੰ ਪੀਸਿਆ ਜਾਂਦਾ ਰਿਹਾ। ਸੋ ਦੂਸਰੀ ਜਿਹੜੀ ਅਹਿਮ ਗੱਲ ਹੈ ਕਿ ਸਿੱਖਾਂ ਦਾ ਆਪਣੀ ਕੇਂਦਰੀ ਸੱਤਾ ਦੇ ਉੱਪਰ, ਮੈਂ ਜੇ ਪੰਜਾਬ ਦੀ ਗੱਲ ਕਰਾਂ, ਇਹਦੇ ਉੱਪਰ ਜਿਹੜਾ ਕਮਜ਼ੋਰ ਹੋ ਜਾਣਾ, ਇਹਦੇ ਨਾਲ ਵੀ ਕਿਤੇ ਨਾ ਕਿਤੇ ਅਜਿਹੇ ਵਰਤਾਰੇ ਜਿਹੜੇ ਨੇ ਉਹ ਅਸਰ ਅੰਦਾਜ਼ ਬਹੁਤ ਹੋਏ ਨੇ। ਮਿਸਾਲ ਦੇ ਤੌਰ 'ਤੇ 1970 ਤੋਂ ਬਾਅਦ ਜੇਕਰ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਆਬਾਦੀ ਘਟੀ ਹੈ ਤਾਂ ਉਹਦੇ ਪਿੱਛੇ ਜਿਹੜੀਆਂ ਸਿੱਖਾਂ ਦੀਆਂ ਨੁਮਾਇੰਦਾ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਬਰੀ ਨਹੀਂ ਕਰ ਸਕਦੇ। ਉਹਦਾ ਕਾਰਨ ਹੈ ਕਿ ਜਿਹੜੀਆਂ ਸਾਡੀਆਂ ਜਥੇਬੰਦਕ ਤੌਰ 'ਤੇ ਧਾਰਮਿਕ ਅਤੇ ਰਾਜਨੀਤਿਕ ਧਿਰਾਂ ਨੇ, ਇਹਨਾਂ ਨੇ ਤਕਰੀਬਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਨੇ ਉਹਨਾਂ ਦੇ ਨਾਲ ਕੋਈ ਸੰਬੰਧ ਜ਼ਿਆਦਾ ਬਣਾਉਣ ਦੇ ਵਿੱਚ ਦਿਲਚਸਪੀ ਨਹੀਂ ਵਿਖਾਈ। ਹਾਲਾਂਕਿ ਜਦੋਂ ਅਸੀਂ ਇਤਿਹਾਸ ਨੂੰ ਵੇਖਦੇ ਹਾਂ ਅਤੇ ਮੇਰੇ ਖਿਆਲ ਦੇ ਨਾਲ ਤੇ ਜਿਹੜੀ ਸਿੱਖੀ ਹੈ, ਜਦੋਂ ਅਫਗਾਨਿਸਤਾਨ ਅਜੇ ਹੋਂਦ ਦੇ ਵਿੱਚ ਨਹੀਂ ਆਇਆ, ਜਦੋਂ ਖੁਰਾਸਾਨ ਸੀ ਅਤੇ ਬਾਬਰ ਦੇ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਾਰਤਾਲਾਪ ਅਤੇ ਬਾਗੇ ਬਾਬਰ ਜਿਹੜਾ ਕਾਬਲ ਦੇ ਵਿੱਚ ਹੈ, ਉੱਥੇ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਮਿਲਣਾ ਅਤੇ ਸਿੱਖ ਧਰਮ ਦੀ ਸ਼ੁਰੂਆਤ ਜਾਂ ਉੱਥੋਂ ਦੇ ਲੋਕਾਂ ਦਾ ਸਿੱਖ ਵਿਚਾਰਧਾਰਾ ਦੇ ਵਿੱਚ ਆਉਣਾ ਤੇ ਉਦੋਂ ਹੀ ਸ਼ੁਰੂਆਤ ਹੋ ਗਈ ਸੀ। ਅਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਡਾਇਲੋਗ ਹੈ ਜਾਂ ਜਿਹੜਾ ਸੰਵਾਦ ਹੈ ਉਹ ਬਾਬਰ ਦੇ ਨਾਲ ਹੈ। ਜੇ ਹੋਰ ਵੀ ਉਸ ਖਿੱਤੇ ਦੇ ਜੇਕਰ ਬਾਕੀ ਸੰਵਾਦ ਅਸੀਂ ਵੇਖਣੇ ਆ ਤਾਂ ਸਾਨੂੰ ਇਹ ਵੇਖਣਾ ਪਊਗਾ ਕਿ ਗੁਰੂ ਸਾਹਿਬ ਦੇ ਸਮੇਂ ਜੇਕਰ ਸਿੱਖ ਵਿਚਾਰਧਾਰਾ ਉੱਥੇ ਪ੍ਰਵਾਹਿਤ ਹੁੰਦੀ ਹੈ ਅਤੇ ਜਿਹੜਾ ਗੁਰੂ ਸਾਹਿਬ ਦਾ ਡਾਇਲਾਗ ਹੈ ਉਹ
ਜਿਹੜਾ ਸੰਵਾਦ ਹੈ, ਜਿਹੜਾ ਵਿਚਾਰ ਚਰਚਾ ਹੈ, ਜਿਹੜੀ ਵਿਚਾਰ ਗੋਸ਼ਟ ਹੈ, ਉਹ ਕਿਸ ਪੱਧਰ ਦੇ ਉੱਪਰ ਹੈ। ਦਸਤਗੀਰ ਕੋਈ ਆਮ ਬਗਦਾਦ ਦਾ ਕੋਈ ਆਮ ਪੀਰ ਨਹੀਂ ਹੈ। ਦਸਤਗੀਰ ਜਿਸ ਕਹਿ ਸਕਦੇ ਹੋ ਕਿ ਸਿਲਸਿਲਾ ਦੇ ਨਾਲ ਜਾਂ ਜਿਸ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ ਚਰਚਾ ਹੁੰਦੀ ਹੈ, ਉਹ ਹੰਬਲੀ ਸਕੂਲ ਆਫ ਥਾਟ ਦੇ ਉਸ ਵੇਲੇ ਜਿਹੜਾ ਕਾਦਰੀਆ ਸਿਲਸਿਲਾ ਹੈ ਉਹਦੇ ਮੁਖੀ ਨੇ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਕਿਸ ਪੱਧਰ ਦੇ ਉੱਪਰ ਗੁਰੂ ਨਾਨਕ ਸਾਹਿਬ ਦੀ, ਕਿਸ ਪੱਧਰ ਦੇ ਉਸ ਵੇਲੇ ਜਿਹੜੇ ਇਸਲਾਮ ਦੇ ਪ੍ਰਚਾਰਕ ਜਾਂ ਇਸਲਾਮ ਦੇ ਸਕੂਲ ਆਫ ਥਾਟ ਨੇ, ਵਿਚਾਰਧਾਰਕ ਜਿਹੜੇ ਉਹਨਾਂ ਦੇ ਕੇਂਦਰ ਨੇ, ਕਿਸ ਪੱਧਰ ਦੇ ਉੱਪਰ ਚਰਚਾ ਹੋ ਰਹੀ ਹੈ। ਉਸ ਤੋਂ ਬਾਅਦ ਪਖਤੂਨ, ਹਿੰਦਕੀ, ਖੱਤਰੀ ਤੇ ਪੰਜਾਬੀ ਜਿਹੜੇ ਉੱਥੇ ਵਪਾਰਕ ਤੌਰ ਦੇ ਉੱਪਰ ਵੀ ਗਏ ਨੇ, ਉਹ ਸਿੱਖੀ ਦੇ ਵਿੱਚ ਆਉਂਦੇ ਨੇ। ਤੇ ਜੇਕਰ ਅਸੀਂ ਦੂਸਰੇ ਪਾਤਸ਼ਾਹ ਦੇ ਸਮੇਂ ਦੀ ਗੱਲ ਕਰੀਏ ਤੇ ਇਹ ਛੋਟੀ ਗੱਲ ਨਹੀਂ ਹੈ। ਕਿਤੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਉਹਦੇ ਵਿੱਚ ਤੁਹਾਨੂੰ ਇੱਕ ਗੱਲ ਮਿਲੇਗੀ ਕਿ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਗੋਦੜੀ, ਉਹ ਬੁਖਾਰੇ ਦਾ ਜਿਹੜਾ ਹਾਕਮ ਹੈ ਉਸਦੇ ਕੋਲ ਹੈ। ਹੁਣ ਉਹ ਉਸ ਵੇਲੇ ਜਿਹੜੇ ਬੁਖਾਰੇ ਦੇ ਹਾਕਮ ਨੇ, ਉਹ ਇੱਕ ਵੱਡੀ ਸਲਤਨਤ ਹੈ ਉਸ ਖਿੱਤੇ ਦੇ ਕਬਾਇਲੀ ਰਾਜ ਦੇ ਵਿੱਚ, ਤੇ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਸੰਬੰਧਾਂ ਨਾਲ ਜੁੜਨਾ। ਫਿਰ ਤੀਸਰੇ ਪਾਤਸ਼ਾਹ ਦੇ ਸਮੇਂ ਕਾਬਲ ਦੀ ਸੰਗਤ ਦਾ ਗੋਇੰਦਵਾਲ ਸਾਹਿਬ ਬੌਲੀ ਦੀ ਕਾਰ ਸੇਵਾ ਦੇ ਦੌਰਾਨ ਆਉਣਾ। ਚੌਥੇ ਪਾਤਸ਼ਾਹ ਦੇ ਸਮੇਂ ਭਾਈ ਤਾਰੂ ਜੀ ਤੇ ਭਾਰੂ ਜੀ ਉੱਥੇ ਮਸੰਦ ਜਿਹੜੇ ਨੇ ਉਹ ਹੋਣੇ, ਤੇ ਉਸ ਤੋਂ ਬਾਅਦ ਵਪਾਰਕ ਕੇਂਦਰ ਬਣਨਾ ਜਦੋਂ ਅੰਮ੍ਰਿਤਸਰ, ਤੇ ਉੱਥੋਂ ਘੋੜਿਆਂ ਦਾ ਜਾਂ ਫਿਰ ਡਰਾਈ ਫਰੂਟ ਦਾ ਵਪਾਰ ਸ਼ੁਰੂ ਹੋਣਾ। ਪੰਜਵੇਂ ਪਾਤਸ਼ਾਹ ਦੇ ਸਮੇਂ ਉਹ ਵਪਾਰ ਵੱਡੇ ਪੱਧਰ ਦੇ ਉੱਪਰ ਚੱਲਣਾ, ਜੇ ਕਾਬਲ ਦੇ ਸਿੱਖਾਂ ਦੇ ਨਾਲ ਤੇ ਕਾਬਲ ਦੀ ਸੰਗਤ ਦੇ ਨਾਲ ਸੰਬੰਧ ਬਣੇ ਰਹਿਣੇ। ਛੇਵੇਂ ਪਾਤਸ਼ਾਹ ਦਾ ਭਾਈ ਗੁਰਦਾਸ ਜੀ ਨੂੰ ਕਾਬਲ ਭੇਜਣਾ ਘੋੜਿਆਂ ਦੇ ਵਪਾਰ ਦੇ ਵਾਸਤੇ। ਔਰ ਹੋਰ ਵੀ ਉਸ ਸਮੇਂ ਦੇ ਕਹਿ ਸਕਦੇ ਹੋ ਕਿ ਕਈ ਜਿਹੜੇ ਨੇ ਸੰਗਤ ਦੇ ਸਿੱਖੀ ਦੇ ਵਿੱਚ ਵੀ ਤੇ ਵਪਾਰਕ ਤੌਰ ਦੇ ਉੱਪਰ ਵੀ ਇੱਕ ਬਹੁਤ ਵੱਡੇ ਸੰਬੰਧ ਬਣੇ ਰਹਿਣੇ। ਇਸ ਤਰ੍ਹਾਂ ਸੱਤਵੇਂ ਪਾਤਸ਼ਾਹ ਦਾ ਉੱਥੇ ਪਲੰਗ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਕੰਧਾਰ ਦੇ ਵਿੱਚ ਜਾਂ ਸੁਲਤਾਨਪੁਰ ਦੇ ਵਿੱਚ। ਸੋ ਕਹਿਣ ਤੋਂ ਭਾਵ ਕਿ ਸਾਡੀਆਂ ਕਿੰਨੀਆਂ ਸਿੱਖ ਧਰਮ ਦੀਆਂ ਗੁਰੂ ਸਾਹਿਬ ਦੇ ਸਮੇਂ ਦੀਆਂ ਨਿਸ਼ਾਨੀਆਂ, ਜੇ ਇਹਨਾਂ ਨੂੰ ਵੀ ਛੱਡ ਦਈਏ ਇੱਕ ਪਾਸੇ, ਜਿਹੜੀਆਂ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਸਾਰੀਆਂ ਉਹ ਨਿਸ਼ਾਨੀਆਂ ਨੇ ਜਿਨ੍ਹਾਂ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਇੱਕ ਚੋਲਾ ਵੀ ਸੀ, ਇੱਕ ਪੋਸ਼ਾਕ ਵੀ ਸੀ। ਡਾਕਟਰ ਗੰਡਾ ਸਿੰਘ ਦੇ ਅਨੁਸਾਰ ਉਹਨਾਂ ਦੀਆਂ ਜਿਹੜੀਆਂ ਬਾਹਾਂ ਦੀ ਲੰਬਾਈ ਹੈ ਉਸ ਚੋਲੇ ਦੀਆਂ, ਉਹ 36 ਇੰਚ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਹੋਈ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜੇਕਰ ਇਹ ਜਿਹੜੇ ਤਬਰੁਕ ਨੇ ਜਾਂ ਇਹ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ, ਇਹਦੇ ਤੋਂ ਇਲਾਵਾ 20 ਤੋਂ ਵੱਧ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅੱਜ ਕਿੱਥੇ ਨੇ? ਇਹਦਾ ਮਤਲਬ ਕਿਤੇ ਨਾ ਕਿਤੇ ਸਿੱਖ ਇਤਿਹਾਸ ਦਾ ਇੱਕ ਬਹੁਤ ਵੱਡਾ ਖਜ਼ਾਨਾ ਜਿਹੜਾ ਉਸ ਖਿੱਤੇ ਦੇ ਵਿੱਚ ਪਿਆ ਸੀ, ਅਸੀਂ ਹੌਲੀ ਹੌਲੀ ਉਸ ਨੂੰ ਗਵਾ ਦਿੱਤਾ ਹੈ। ਭਾਵ ਕਿ ਅਫਗਾਨਿਸਤਾਨ ਦੇ ਵਿੱਚੋਂ ਸਿੱਖਾਂ ਦੀ ਹਿਜਰਤ ਵੀ ਹੋਈ ਤੇ ਜਿਹੜੀਆਂ ਸਿੱਖਾਂ ਦੀਆਂ ਅਹਿਮ ਨਿਸ਼ਾਨੀਆਂ ਸੀ ਉਹ ਵੀ ਗਈਆਂ। ਹੁਣ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੁੰਦੇ ਨੇ, ਤੇ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੇਰੇ ਖਿਆਲ ਨਾਲ 1687 ਦੇ ਵਿੱਚ ਜਿਹੜੀ ਕਾਬਲ ਦੀ ਸੰਗਤ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ 4 ਲੱਖ ਦੀ ਕੀਮਤੀ ਚਾਨਣੀ ਔਰ ਇੱਕ ਸ਼ਾਹੀ ਬਾਜ਼ ਭੇਜਦੀ ਹੈ। ਦੁਨੀ ਚੰਦ ਜਿਹੜੇ ਉੱਥੋਂ ਦੇ ਸਿੱਖ ਨੇ ਉਹਨਾਂ ਦੇ ਰਾਹੀਂ, ਵੈਸੇ ਦੁਨੀ ਚੰਦ 2 ਸੀ, ਇੱਕ ਦੁਨੀ ਚੰਦ ਉਹ ਸੀ ਜਿਹੜੇ ਮਜੀਠੇ ਦੇ ਰਹਿਣ ਵਾਲੇ ਭਾਈ ਸਾਲੋ ਦੇ ਖਾਨਦਾਨ ਦੇ ਵਿੱਚੋਂ ਸੀ, ਜਿਹੜੇ ਅਨੰਦਪੁਰ ਸਾਹਿਬ ਕਿਲ੍ਹੇ ਦੇ ਵਿੱਚੋਂ ਭਗੌੜੇ ਹੋ ਕੇ ਆ ਗਏ ਸੀ। ਇਹ ਜਿਹੜੇ ਦੁਨੀ ਚੰਦ ਨੇ ਇਹ ਕਾਬਲ ਦੇ ਰਹਿਣ ਵਾਲੇ ਨੇ। ਸੋ ਭਾਈ ਦੁਨੀ ਚੰਦ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ 4 ਲੱਖ ਦੀ ਕੀਮਤੀ ਚਾਨਣੀ, ਉਹੀ ਚਾਨਣੀ ਜਿਸ ਤੋਂ ਬਾਅਦ ਭੰਗਾਣੀ ਦਾ ਯੁੱਧ ਹੁੰਦਾ ਹੈ, ਜਿਹੜੀ ਉਹ ਕਾਰਨ ਬਣਦੀ ਉਸ ਯੁੱਧ ਦਾ, ਉਹ ਕੀਮਤੀ ਚਾਨਣੀ ਤੇ ਬਾਜ਼ ਭੇਜਦੇ ਨੇ। ਕਿਸ ਚੀਜ਼ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ? ਕਿਉਂਕਿ ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਸੀ ਤਾਂ ਉਸ ਵੇਲੇ ਉਸ ਦੇ ਜਿਹੜੇ ਕਾਬਲ ਦੇ ਹਮਾਇਤੀ ਸੀ ਉਹਨਾਂ ਨੇ 2 ਲੱਖ ਦੀ ਚਾਨਣੀ ਭੇਜੀ ਸੀ। ਹੁਣ ਇੱਥੋਂ ਇਹ ਅੰਦਾਜ਼ਾ ਸਹਿਜ ਹੀ ਲੱਗ ਜਾਂਦਾ ਹੈ ਕਿ ਜਿਹੜੇ ਉੱਥੇ ਵਸ ਰਹੀ ਸਿੱਖ ਸੰਗਤ ਹੈ ਉਹ ਆਰਥਿਕ ਪੱਧਰ ਦੇ ਉੱਪਰ ਕਿੰਨੇ ਜ਼ਿਆਦਾ
ਅਮੀਰ ਜਾਂ ਆਰਥਿਕ ਪੱਧਰ ਦੇ ਉੱਪਰ ਕਿੰਨੇ ਜ਼ਿਆਦਾ ਉੱਚ ਪਾਇਆਂ ਦੇ ਹੋਣਗੇ ਕਿ ਜੇਕਰ ਹਿੰਦੁਸਤਾਨ ਦਾ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਹੈ, ਜੇਕਰ ਉਹਦੇ ਵਾਸਤੇ 2 ਲੱਖ ਦੀ ਚਾਨਣੀ ਭੇਜੀ ਜਾਂਦੀ ਹੈ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ ਸੰਗਤ ਜਿਹੜੀ ਹੈ ਉਹ 4 ਲੱਖ ਤੋਂ ਵੱਧ ਕੀਮਤ ਦੀ ਚਾਨਣੀ ਜਾਂ ਜਿਹੜਾ ਚੰਦੋਆ ਹੈ ਉਹ ਭੇਟ ਕਰਦੀ ਹੈ। ਸੋ ਇਹ ਜਿਹੜੀਆਂ ਸਾਰੇ ਵਰਤਾਰੇ ਨੇ, ਇਹਦੇ ਵਿੱਚ ਇਹ ਵੇਖਣਾ ਪਵੇਗਾ ਕਿ ਸਿੱਖ ਇਤਿਹਾਸ ਦੇ ਵਿੱਚੋਂ ਕਾਬਲ, ਕੰਧਾਰ, ਗਜ਼ਨੀ, ਜਲਾਲਾਬਾਦ ਭਾਵ ਕਿ ਅੱਜ ਦੇ ਅਫਗਾਨਿਸਤਾਨ ਦਾ ਜਿਹੜਾ ਇਲਾਕਾ ਹੈ ਇਹਨੂੰ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਦੇ ਜਿਹੜੇ ਹੁਣ ਹਾਲਾਤ ਪੈਦਾ ਹੋਏ ਨੇ ਤੇ ਜਿਸ ਤਰ੍ਹਾਂ ਦੇ ਨਾਲ ਤਾਲੀਬਾਨ ਦੇ ਬੁਲਾਰੇ ਜਿਹੜੇ ਨੇ, ਚਾਹੇ ਉਹ ਕੱਲ੍ਹ ਦੀ ਤੁਸੀਂ ਜਿਹੜੇ ਉਹਨਾਂ ਦੇ ਤਾਲੀਬਾਨ ਦੇ ਬੁਲਾਰੇ ਨੇ ਜ਼ਬੀਉੱਲਾ ਮੁਜ਼ਾਹਿਦ ਦੀ ਪ੍ਰੈਸ ਰਿਪੋਰਟਰਾਂ ਦੇ ਨਾਲ ਗੱਲਬਾਤ ਨੂੰ ਸੁਣਿਆ ਹੈ, ਚਾਹੇ ਸੁਹੇਲ ਸ਼ਹੀਨ ਦੀ ਗੱਲਬਾਤ ਨੂੰ ਸੁਣਿਆ ਹੈ, ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਹੜੀਆਂ ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੂਟਨੀਤਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਕੋਈ ਨਾ ਕੋਈ ਅਪਰੋਚ ਕਰਨੀ ਪਵੇਗੀ, ਕਿਉਂਕਿ ਬਹੁਤ ਸਾਰਾ ਸਾਡਾ ਇਤਿਹਾਸਕ ਜਿਹਨੂੰ ਕਹਿ ਸਕਦੇ ਖਜ਼ਾਨਾ ਬਰਬਾਦ ਹੋ ਚੁੱਕਾ ਹੈ ਤੇ ਜਿਹੜਾ ਰਹਿ ਚੁੱਕਾ ਹੈ ਜਾਂ ਜਿਹੜਾ ਹੁਣ ਹੈ, ਪਲੱਸ ਸਿੱਖ ਜਿਹੜੇ ਸਿੱਖ ਵੀ ਉੱਥੇ ਵਸ ਰਹੇ ਨੇ ਤੇ ਜੋ ਕੁਝ ਉੱਥੇ ਸਾਡਾ ਹੈ, ਕਿਤੇ ਨਾ ਕਿਤੇ ਸਾਨੂੰ ਉਸ ਨੂੰ ਬਚਾਉਣ ਦੀ ਜਾਂ ਸਾਂਭਣ ਦੀ ਲੋੜ ਜ਼ਰੂਰ ਹੈ। ਇੱਥੇ ਇਕੱਲਿਆਕਾਰਾ ਵਿਅਕਤੀ ਕੋਈ ਅਹਿਮ ਭੂਮਿਕਾ ਨਹੀਂ ਨਿਭਾ ਸਕਦਾ, ਕੁਝ ਨਹੀਂ ਕਰ ਸਕਦਾ, ਪਰ ਜੇਕਰ ਸਾਡੀਆਂ ਜਿਹੜੀਆਂ ਧਾਰਮਿਕ ਤੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਗੁਰਦੁਆਰਾ ਕਮੇਟੀਆਂ ਨੇ, ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੇ ਨਾਲ ਸੰਬੰਧ ਸਥਾਪਿਤ ਕਰਕੇ ਕਿਤੇ ਨਾ ਕਿਤੇ ਕੂਟਨੀਤਿਕ ਪੱਧਰ ਦੇ ਉੱਪਰ ਕਿਸੇ ਵਾਰਤਾਲਾਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਜ਼ਰੂਰ ਕੀਤਾ ਜਾ ਸਕਦਾ ਹੈ। ਕਿਉਂਕਿ ਮੈਂ ਇੱਕ ਹੋਰ ਸਵਾਲ ਦਾ ਜਵਾਬ ਕੱਲ੍ਹ ਹੀ ਕਿਸੇ ਵੀਰ ਨੇ ਪੁੱਛਿਆ ਸੀ, ਉਹ ਵੀ ਬੜਾ ਅਹਿਮ ਹੈ। ਅਹਿਮਦ ਸ਼ਾਹ ਅਬਦਾਲੀ ਜਾਂ ਉਸ ਤੋਂ ਪਹਿਲਾਂ ਨਾਦਰ ਸ਼ਾਹ, ਇਹਨਾਂ ਦੇ ਨਾਲ ਸਾਡੀ ਮੈਦਾਨੇ ਜੰਗ ਦੇ ਵਿੱਚ ਤਲਵਾਰ ਦੀ ਸਾਂਝ ਰਹੀ ਹੈ, ਅਸੀਂ ਲੜਦੇ ਰਹੇ, ਪਰ ਇਹਦੇ ਬਾਵਜੂਦ ਵੀ ਜਿਹੜੇ ਸਿੱਖ ਤਕਰੀਬਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਵਸ ਰਹੇ ਨੇ, ਚਾਹੇ ਕਾਬਲ ਹੈ, ਕੰਧਾਰ ਹੈ, ਬਾਮੀਆਨ ਹੈ, ਗਜ਼ਨੀ ਹੈ, ਜਲਾਲਾਬਾਦ ਹੈ, ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਸਿੱਖ ਵਸ ਰਹੇ ਸੀ ਉਹਨਾਂ ਦਾ ਨੁਕਸਾਨ ਉਸ ਸਮੇਂ ਕਿਉਂ ਨਹੀਂ ਹੋਇਆ? ਕਿਉਂਕਿ ਜਿੰਨੀ ਵੀ ਸਿੱਖਾਂ ਦੀ ਹਿਜਰਤ ਜਾਂ ਸਿੱਖਾਂ ਦੀਆਂ ਤਵਾਰੀਖੀ ਨਿਸ਼ਾਨੀਆਂ ਜਿਹੜੀਆਂ ਨੇ ਉਹ ਤਕਰੀਬਨ 1947 ਤੋਂ ਬਾਅਦ ਹੀ ਸਾਰੀਆਂ ਬਰਬਾਦ ਹੋਈਆਂ ਨੇ, ਉਸ ਤੋਂ ਪਹਿਲਾਂ ਨਹੀਂ। ਇਸ ਤੋਂ ਪਹਿਲਾਂ ਕਿ ਮੈਂ ਇੱਕ ਹੋਰ ਗੱਲ ਖੈਰ ਲੜੀਵਾਰ ਰੂਪ 'ਚ ਤੁਹਾਡੇ ਨਾਲ ਸਾਂਝੀ ਕਰਦਾ, ਕਿਉਂਕਿ ਜਦੋਂ ਬਾਬਰ ਹਿੰਦੁਸਤਾਨ ਦੇ ਵਿੱਚ ਆਉਂਦਾ ਹੈ ਤਾਂ ਬਾਬਰ ਦਾ ਨਿਸ਼ਾਨਾ ਰਾਜ ਸੱਤਾ ਸਥਾਪਿਤ ਕਰਨਾ ਸੀ, ਜਦੋਂ ਕਿ ਨਾਦਰ ਸ਼ਾਹ ਦਾ ਜਾਂ ਅਹਿਮਦ ਸ਼ਾਹ ਅਬਦਾਲੀ ਦਾ ਨਿਸ਼ਾਨਾ ਰਾਜ ਸੱਤਾ ਸਥਾਪਿਤ ਨਹੀਂ ਸੀ। ਅਹਿਮਦ ਸ਼ਾਹ ਅਬਦਾਲੀ, ਜਿਸ ਨੂੰ ਕਿ ਕਹਿ ਸਕਦੇ ਹੋ ਕਿ ਫਾਦਰ ਆਫ ਅਫਗਾਨਿਸਤਾਨ ਵੀ ਕਿਹਾ ਜਾਂਦਾ ਹੈ, ਕਿ ਅਫਗਾਨਿਸਤਾਨ ਦਾ ਜਿਹੜਾ ਮੌਜੂਦਾ ਜਿਹੜਾ ਨਕਸ਼ਾ ਹੈ ਇਹਨੂੰ ਦੁਨੀਆ ਦੇ ਉੱਪਰ ਸਥਾਪਿਤ ਕਰਨ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ, ਤਕਰੀਬਨ 1748-49 ਤੋਂ ਬਾਅਦ ਦੇ ਵਿੱਚ। ਉਸ ਤੋਂ ਪਹਿਲਾਂ ਛੋਟੇ ਛੋਟੇ ਇਲਾਕੇ ਸੀ, ਕੁਛ ਤਜ਼ਾਕਿਸਤਾਨ ਤੇ ਹੋਰ ਈਰਾਨ ਦੇ ਕੁਛ ਇਲਾਕੇ ਨੂੰ ਮਿਲਾ ਕੇ ਖੁਰਾਸਾਨ, ਜਿਸ ਨੂੰ ਕਿਹਾ ਜਾਂਦਾ ਸੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਸੋ ਉਸ ਇਲਾਕੇ ਦੇ ਵਿੱਚੋਂ ਜੇ ਇਹ ਆਉਂਦੇ ਨੇ ਲੋਕ, ਤਾਂ ਜਿਹੜੇ ਸਿੱਖ ਉਸ ਸਮੇਂ 'ਚ ਗੁਰੂ ਕਾਲ ਦੇ ਸਮੇਂ ਦੇ ਵਸ ਰਹੇ ਨੇ ਉਹਨਾਂ ਦਾ ਨੁਕਸਾਨ ਕਿਉਂ ਨਹੀਂ ਹੁੰਦਾ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤੁਸੀਂ ਤਕਰੀਬਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਦਾ ਸਮਾਂ ਵੇਖਦੇ ਹੋ ਤਾਂ ਉਸ ਸਮੇਂ ਜਿਹੜੀ ਹਕੂਮਤ ਹੈ ਬਾਬਰ ਦੀ ਉਹ ਸਾਰੇ ਉਸ ਖਿੱਤੇ ਦੇ ਵਿੱਚ ਕਾਬਜ ਰਹੀ ਹੈ ਤੇ ਉੱਥੇ ਉਸ ਖਿੱਤੇ ਦੇ ਵਿੱਚ ਸਿੱਖਾਂ ਦਾ ਕੋਈ ਬਹੁਤ ਜ਼ਿਆਦਾ ਟਕਰਾਅ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਦਿੱਲੀ ਹਕੂਮਤ ਜਿਹੜੀ ਹੈ ਬਾਬਰ ਦੇ ਪਰਿਵਾਰ ਦੀ ਹਕੂਮਤ ਅਹਿਮਦ ਸ਼ਾਹ ਤੋਂ ਪਹਿਲਾਂ, ਯਾਨੀ ਕਿ ਜਿਹੜਾ ਔਰੰਗਜ਼ੇਬ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ ਸੀ, ਬਹਾਦਰ ਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਅਗੋਸਤ ਦਾ ਬੇਟਾ ਜਹਾਂਦਾਰ ਖਾਨ ਦਾ ਭਰਾ ਮੁਹੰਮਦ ਸ਼ਾਹ, ਜਦੋਂ ਇਹ ਪਰਿਵਾਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਮਜ਼ੋਰ ਹੋਇਆ, ਫਰਕਸੀਅਰ ਦੀ ਮੌਤ ਤੋਂ ਬਾਅਦ ਫਿਰ ਇਸੇ ਪਰਿਵਾਰ ਦੇ ਵਿੱਚੋਂ ਸ਼ਾਹ ਆਲਮ, ਸੋ ਜਦੋਂ ਇਹ ਕਮਜ਼ੋਰ ਹੋਏ ਨੇ ਤੇ ਉਸ ਤੋਂ ਬਾਅਦ ਤਕਰੀਬਨ 1738 ਤੋਂ ਬਾਅਦ ਜਿਹੜੇ ਨੇ ਉਹ ਵਿਦੇਸ਼ੀ ਹਮਲਿਆਂ ਦੀ ਸ਼ੁਰੂਆਤ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਦਰ ਸ਼ਾਹ ਜਿਹੜਾ ਤਖਤੇ ਤਾਊਸ ਨੂੰ ਲੁੱਟ ਕੇ ਲੈ ਗਿਆ ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ। ਹੁਣ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਹਮਲੇ ਨੇ
ਉਹਨਾਂ ਹਮਲਿਆਂ ਦੇ ਵਿੱਚ ਇੱਕ ਗੱਲ ਬੜੀ ਵੇਖਣ ਵਾਲੀ ਚੀਜ਼ ਹੈ ਕਿ ਜੇਕਰ ਸਿੱਖਾਂ ਦੀਆਂ ਬਹੁਤ ਸਾਰੀਆਂ ਕੀਮਤੀ ਨਿਸ਼ਾਨੀਆਂ ਉਸ ਖਿੱਤੇ ਦੇ ਵਿੱਚ ਨੇ ਤਾਂ ਇਸਲਾਮ ਦੀਆਂ ਵੀ ਬਹੁਤ ਸਾਰੀਆਂ ਕੀਮਤੀ ਨਿਸ਼ਾਨੀਆਂ ਜਾਂ ਤਬਰੁਕਾਤ ਜਿਹੜੇ ਨੇ ਉਹ ਇਸ ਖਿੱਤੇ ਦੇ ਵਿੱਚ ਵੀ ਨੇ। ਸੋ ਇਸ ਕਰਕੇ ਬੇਸ਼ੱਕ ਮੈਦਾਨੇ ਜੰਗ ਦੇ ਵਿੱਚ ਤਾਂ ਤਲਵਾਰ ਦਾ ਮੁਕਾਬਲਾ ਤਲਵਾਰ ਦੇ ਨਾਲ ਹੁੰਦਾ ਸੀ, ਪਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਵੀ ਸਿੱਖਾਂ ਵਾਂਗੂ ਕੁਝ ਅਸੂਲ ਸੀ ਕਿ ਉਸ ਖਿੱਤੇ ਦੇ ਵਿੱਚ ਵਾਸਤੇ ਜਿਹੜੇ ਸਿੱਖ ਜਾਂ ਸਿੱਖਾਂ ਦੀਆਂ ਜਿਹੜੀਆਂ ਤਵਾਰੀਖੀ ਨਿਸ਼ਾਨੀਆਂ ਸੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ। ਇਹ ਸਾਰਾ ਬਾਅਦ ਦੇ ਵਿੱਚ ਹੋਇਆ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਇਹ ਤਵਾਰੀਖੀ ਨਿਸ਼ਾਨ, ਮੈਂ ਕਈ ਵਾਰੀ ਅਕਸਰ ਕੁਛ ਦਿਨ ਪਹਿਲਾਂ ਮੇਰੀ ਇੱਕ ਮੁਸਲਮਾਨ ਵੀਰ ਮੇਰਾ ਦੋਸਤ ਉਹਦੇ ਨਾਲ ਗੱਲ ਹੋ ਰਹੀ ਸੀ ਕਿ ਅੱਜ ਜੇਕਰ ਇਸ ਖਿੱਤੇ ਦੇ ਵਿੱਚ ਇਸਲਾਮ ਦੀਆਂ ਸਭ ਤੋਂ ਕੀਮਤੀ ਨਿਸ਼ਾਨੀਆਂ ਜਿਹੜੀਆਂ ਨੇ ਉਹ ਜੇਕਰ ਲਾਹੌਰ ਦੀ ਬਾਦਸ਼ਾਹੀ ਮਸਜਿਦ ਦੇ ਵਿੱਚ ਪਈਆਂ ਨੇ ਤਾਂ ਉਹਦੇ ਪਿੱਛੇ ਵੀ ਇੱਕ ਸਿੱਖਾਂ ਦੀ ਬਹੁਤ ਵੱਡੀ ਦੇਣ ਹੈ। ਉਹ ਦੇਣ ਇਹ ਹੈ ਕਿ ਜਿਸ ਵੇਲੇ ਮੈਂ ਤੁਹਾਨੂੰ ਥੋੜ੍ਹਾ ਪਿੱਛੇ ਲੈ ਕੇ ਜਾਂਦਾ ਕਿਉਂਕਿ ਉਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਉਂਕਿ ਜਦੋਂ ਜੰਗ ਤਲਵਾਰ ਦੀ ਸਾਡੀ ਉਹਨਾਂ ਦੇ ਨਾਲ ਹੋ ਰਹੀ ਸੀ ਜਿਹੜੇ ਇਹ ਅਫਗਾਨ ਸਨ, ਚਾਹੇ ਪਹਿਲਾਂ ਨਾਦਰ ਸ਼ਾਹ ਦੇ ਨਾਲ, ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਤੇ ਸਾਡੀ ਬਹੁਤ ਵਾਰੀ ਤਲਵਾਰ ਖੜਕੀ ਹੈ, ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਾਡੇ ਵੀ ਬਹੁਤ ਸਾਰੇ ਤਵਾਰੀਖੀ ਤਬਰੁਕਾਤ ਜਿਹੜੇ ਨੇ ਉਹ ਸਿੱਖਾਂ ਦੇ ਕੋਲ ਨੇ। ਸੋ ਇਸ ਦਾ ਮਤਲਬ ਕਿ ਇੱਕ ਧਿਰ ਦੂਜੀ ਧਿਰ ਦੇ ਤਵਾਰੀਖੀ ਨਿਸ਼ਾਨਾਂ ਦਾ ਨੁਕਸਾਨ ਕਰਨ ਤੋਂ ਵੀ ਕਤਰਾਉਂਦੀ ਸੀ। ਹੁਣ ਉਹ ਸਿੱਖਾਂ ਦੇ ਕੋਲ ਕਿਵੇਂ ਆਏ, ਥੋੜ੍ਹਾ ਮੈਂ ਉਹਦੇ ਬਾਰੇ ਤੁਹਾਡੇ ਨਾਲ ਇੱਕ ਗੱਲ ਨੂੰ ਸਾਂਝੀ ਕਰ ਦੇਵਾਂ। ਤੈਮੂਰ ਨੇ ਜਿਸ ਵੇਲੇ ਸੀਰੀਆ ਦੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਤੇ ਜਿਹੜੇ ਸੀਰੀਅਨ ਉੱਥੋਂ ਦੇ ਲੋਕ ਸੀ ਉਹਨਾਂ ਦੀ ਉਸ ਵਸੋਂ ਦੇ ਵਿੱਚ ਜਿਹੜੇ ਸੈਯਦ ਪਰਿਵਾਰ ਵਾਸਤੇ ਸੀ ਉਹਨਾਂ ਦੇ ਕੋਲ ਇਸਲਾਮ ਧਰਮ ਦੇ ਬਾਨੀ ਰਸੂਲ ਮੁਹੰਮਦ ਸਾਹਿਬ ਦੀਆਂ ਬਹੁਤ ਸਾਰੀਆਂ ਪਰਿਵਾਰਕ ਵਸਤਾਂ ਸਨ। ਸੋ ਉਹਨਾਂ ਨੇ ਉਹ ਸਾਰੀਆਂ ਵਸਤਾਂ ਜਿਹੜੀਆਂ ਸੀ ਤੈਮੂਰ ਨੂੰ ਭੇਟ ਕਰ ਦਿੱਤੀਆਂ, ਜਿਨ੍ਹਾਂ ਦੇ ਵਿੱਚ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੇ ਦਮਾਦ ਹਜ਼ਰਤ ਅਲੀ, ਉਹਨਾਂ ਦੀ ਬੇਟੀ ਹਜ਼ਰਤ ਫਾਤਮਾ, ਉਹਨਾਂ ਦੇ ਦੋਤੇ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ, ਉਹਨਾਂ ਤੋਂ ਇਲਾਵਾ ਪੀਰ ਦਸਤਗੀਰ ਜਿਹੜੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਤੇ ਕੁਝ ਹੋਰ ਇਸਲਾਮ ਦੀਆਂ ਨਿਸ਼ਾਨੀਆਂ, ਇਹ ਸਾਰੀਆਂ ਤੈਮੂਰ ਦੇ ਕੋਲ ਆ ਗਈਆਂ। ਤੈਮੂਰ ਤੋਂ ਬਾਅਦ ਕੁਦਰਤੀ ਉਹਦੇ ਪਰਿਵਾਰ ਦੇ ਵਿੱਚੋਂ ਬਾਬਰ ਦੇ ਕੋਲ ਆਉਣੀਆਂ ਸੀ, ਉਹਦੇ ਪਰਿਵਾਰ ਦੇ ਵਿੱਚੋਂ ਸੀ ਬਾਬਰ ਦੇ ਕੋਲ ਆ ਗਈਆਂ। ਬਾਬਰ ਉਹ ਜਿੰਨੀਆਂ ਵੀ ਕੀਮਤੀ ਇਤਿਹਾਸਕ ਨਿਸ਼ਾਨੀਆਂ ਜਾਂ ਜਿਹੜੇ ਤਬਰੁਕਾਤ ਨੇ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਲੈ ਆਇਆ। ਸੋ ਗੱਲ ਲੰਬੀ ਹੈ, ਜ਼ਿਆਦਾ ਵਿਸਥਾਰ 'ਚ ਨਹੀਂ ਲੈ ਕੇ ਜਾਊਂਗਾ, ਪਰ ਕਿਸੇ ਦਿਨ ਇਹਦੇ ਉੱਪਰ ਇੱਕ ਡਾਕੂਮੈਂਟਰੀ ਜ਼ਰੂਰ ਬਣਾਵਾਂਗਾ ਉਹਨਾਂ ਥਾਵਾਂ ਦੀ ਕਿ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਨੇ ਇਸਲਾਮ ਦੀਆਂ ਵੀ ਇਹਨਾਂ ਕੀਮਤੀ ਨਿਸ਼ਾਨੀਆਂ ਨੂੰ ਕਿੱਥੇ ਕਿੱਥੇ ਕਿਵੇਂ ਸੰਭਾਲ ਕੇ ਰੱਖਿਆ। ਸੋ ਗੱਲ ਸਿੱਧੀ ਅਸੀਂ ਆ ਜਾਂਦੇ ਹਾਂ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਹ ਬਹਾਦਰ ਸ਼ਾਹ ਦੇ ਦੋ ਪੁੱਤਰਾਂ ਦੀਆਂ ਇੱਕ ਬੇਟੀ, ਇੱਕ ਆਪਣੇ ਵਾਸਤੇ ਤੇ ਇੱਕ ਆਪਣੇ ਬੇਟੇ ਦੇ ਵਾਸਤੇ ਲੈ ਗਿਆ। ਤੇ ਜਿਹੜੀ ਬਹਾਦਰ ਸ਼ਾਹ ਦੀ ਨੌਂ ਸੀ ਜਿਸ ਨੂੰ ਜ਼ਮਾਨੀ ਬੇਗਮ ਦੇ ਨਾਮ ਦੇ ਨਾਲ ਯਾਦ ਕੀਤਾ ਸੀ, ਉਹ ਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਮੂ ਤੱਕ ਗਈ ਤੇ ਉਹ ਜਿੰਨੀਆਂ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਇਹ ਮੁਹੰਮਦ ਸਾਹਿਬ ਦੀਆਂ ਜਾਂ ਇਸਲਾਮ ਦੀਆਂ ਜਿਹੜੀਆਂ ਨਿਸ਼ਾਨੀਆਂ ਪਈਆਂ ਸੀ ਉਹ ਆਪਣੇ ਨਾਲ ਲੈ ਗਈ। ਸੋ ਫਿਰ ਅੱਗੇ ਇੱਕ ਲੰਬੀ ਵਾਰਤਾ ਹੈ। ਇਹ ਕਿਸੇ ਤਰੀਕੇ ਦੇ ਨਾਲ ਉਹਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ, ਉਹਨੇ ਕਿਸੇ ਬੰਦੇ ਦੇ ਕੋਲ ਗਹਿਣੇ ਪਾ ਦਿੱਤੀਆਂ ਤੇ ਉਹਨਾਂ ਨੂੰ ਫਿਰ ਪੈਸੇ ਦੇ ਕੇ ਛਡਵਾ ਲਿਆ ਪੀਰ ਮੁਹੰਮਦ ਚੱਠਾ ਜਿਹੜਾ ਰਾਮਨਗਰ ਵਾਲਾ ਸੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ ਰਾਮਨਗਰ ਦੇ ਸਥਾਨ ਤੇ, ਜਿਹਨੂੰ ਉਸ ਤੋਂ ਪਹਿਲਾਂ ਰਸੂਲਪੁਰ ਵੀ ਕਿਹਾ ਜਾਂਦਾ ਸੀ, ਉਸ ਸਥਾਨ ਦੇ ਉੱਪਰ ਜਦੋਂ ਪੀਰ ਮੁਹੰਮਦ ਚੱਠੇ ਨੂੰ ਹਰਾਇਆ ਤਾਂ ਇਹ ਜਿੰਨੀਆਂ ਵੀ ਇਸਲਾਮ ਦੀਆਂ ਕੀਮਤੀ ਨਿਸ਼ਾਨੀਆਂ ਸੀ ਇਹ ਸਾਰੀਆਂ ਜਿਹੜੀਆਂ ਸੀਗੀਆਂ ਇਹ ਆ ਗਈਆਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਕੋਲ। ਮਹਾਂ ਸਿੰਘ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਉਹ ਮੈਦਾਨੇ ਜੰਗ ਦੇ ਵਿੱਚ ਜਾਂ ਯੁੱਧਾਂ ਦੇ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਨੇ। ਉਹਨਾਂ ਨੇ ਸਾਰੀਆਂ ਆਪਣੀਆਂ ਇਹ ਨਿਸ਼ਾਨੀਆਂ ਆਪਣੀ ਸੱਸ ਸਦਾ ਕੌਰ ਨੂੰ ਦੇ ਦਿੱਤੀਆਂ। ਸਦਾ ਕੌਰ ਤੋਂ ਬਾਅਦ ਇਹ ਸਾਰੀਆਂ ਨਿਸ਼ਾਨੀਆਂ ਉਹਨਾਂ ਦੀ ਬੇਟੀ ਮਹਿਤਾਬ ਕੌਰ ਦੇ ਕੋਲ ਰਹੀਆਂ। ਮਹਿਤਾਬ ਕੌਰ ਤੋਂ ਬਾਅਦ ਕੰਵਰ ਸ਼ੇਰ ਸਿੰਘ ਦੇ ਕੋਲ। ਤੇ ਖੈਰ ਅੱਗੇ ਸਾਰਾ ਹੀ ਤੁਹਾਨੂੰ ਪਤਾ ਹੈ ਕਿ ਸਿੱਖ ਰਾਜ ਕਿਸ ਤਰ੍ਹਾਂ ਗਿਆ, ਸ਼ੇਰ ਸਿੰਘ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੰਧੇ ਵਾਲੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਤੇ ਫਿਰ ਜਦੋਂ ਸਿੱਖ ਰਾਜ ਜਾਂਦਾ ਹੈ
ਤੇ ਉਸ ਵੇਲੇ ਜਿਹੜਾ ਹੈਨਰੀ ਲਾਰੈਂਸ, ਜਿਸ ਨੂੰ ਲਾਹੌਰ ਦਰਬਾਰ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਦੇ ਵੱਲੋਂ ਦਿੱਤੀ ਜਾਂਦੀ ਹੈ, ਤੇ ਉਸ ਨੂੰ ਉਸ ਵੇਲੇ ਪਤਾ ਲੱਗਦਾ ਹੈ ਕਿ ਇਸਲਾਮ ਦੀਆਂ ਜਿਹੜੀਆਂ ਬਹੁਤ ਸਾਰੀਆਂ ਕੀਮਤੀ ਨਿਸ਼ਾਨੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਕੋਲ ਨੇ। ਤੇ ਉਹਦੇ ਵਾਸਤੇ ਫਿਰ ਉਹ ਜਿਹੜਾ ਸੈਯਦ ਨੂਰਦੀਨ ਬੁਖਾਰੀ ਜਿਹੜੇ ਨੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਲਿਸਟ ਤਿਆਰ ਕਰਕੇ ਦਿਓ। ਤੇ 8 ਜੂਨ 1849 ਨੂੰ, ਜਿਹਨੂੰ ਫਰਹਿਸਤ ਤਬਰੁਕਾਤ ਕਿਹਾ ਜਾਂਦਾ ਹੈ, ਉਹ 28 ਚੀਜ਼ਾਂ ਦੀ ਲਿਸਟ ਜਿਹੜੀ ਹੈ ਉਹ ਹੈਨਰੀ ਲਾਰੈਂਸ ਨੂੰ ਦਿੱਤੀ ਜਾਂਦੀ ਹੈ। ਤੇ ਉਹ 28 ਚੀਜ਼ਾਂ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਇਹ ਜਿਹੜੇ ਮੁਸਲਮਾਨ ਪਰਿਵਾਰ ਨੇ ਉਹਨਾਂ ਦੇ ਹਵਾਲੇ ਅੰਗਰੇਜ਼ਾਂ ਦੀ ਹਾਜ਼ਰੀ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਇਹਨਾਂ ਜਿਹੜੀਆਂ 8 ਚੀਜ਼ਾਂ ਨੇ ਉਹਨਾਂ ਦੇ ਵਿੱਚੋਂ 38 ਚੀਜ਼ਾਂ ਨੇ ਮੇਰੇ ਖਿਆਲ ਨਾਲ, ਉਹਨਾਂ ਦੇ ਵਿੱਚੋਂ 8 ਚੀਜ਼ਾਂ ਦਾ ਸੰਬੰਧ ਮੁਹੰਮਦ ਸਾਹਿਬ ਦੇ ਨਾਲ ਹੈ, 2 ਉਹਨਾਂ ਦੀ ਬੇਟੀ ਹਜ਼ਰਤ ਫਾਤਮਾ ਦੀਆਂ ਨੇ, 3 ਉਹਨਾਂ ਦੇ ਜਵਾਈ ਹਜ਼ਰਤ ਅਲੀ ਦੀਆਂ ਨੇ, 2 ਇਮਾਮ ਹਸਨ ਦੀਆਂ ਨੇ, 5 ਇਮਾਮ ਹੁਸੈਨ ਦੀਆਂ ਨੇ, 3-4 ਜਿਹੜੇ ਪੀਰ ਦਸਤਗੀਰ ਨੇ ਉਹਨਾਂ ਦੀਆਂ ਨੇ, ਤੇ 7-8 ਜਿਹੜੀਆਂ ਹੋਰ ਉਹਨਾਂ ਦੀਆਂ ਕੀਮਤੀ ਨਿਸ਼ਾਨੀਆਂ ਨੇ, ਜਿਹੜੀਆਂ ਅੱਜ ਮੈਨੂੰ ਇਹ ਨਹੀਂ ਪਤਾ ਹੁਣ ਉਹਨਾਂ 'ਚੋਂ ਕਿੰਨੀਆਂ ਸਲਾਮਤ ਨੇ, ਜਿਹੜੀਆਂ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਪਈਆਂ ਹੋਈਆਂ ਨੇ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ 18ਵੀਂ ਸਦੀ ਦੇ ਇਸ ਸੰਘਰਸ਼ ਦੇ ਵਿੱਚ ਖਾਸ ਕਰਕੇ ਜਿਹੜਾ 1737 ਤੋਂ ਸ਼ੁਰੂ ਹੋ ਜਾਂਦਾ ਹੈ ਤੇ 1839 ਤੱਕ ਤਕਰੀਬਨ 90 ਸਾਲ ਦੇ ਇਸ ਪੀਰੀਅਡ ਦੇ ਵਿੱਚ ਸਿੱਖਾਂ ਦਾ ਜਿਹੜਾ ਧਾਰਮਿਕ ਜਾਂ ਤਵਾਰੀਖੀ ਖਜ਼ਾਨਾ ਉਸ ਖਿੱਤੇ ਦੇ ਵਿੱਚ ਹੈ, ਚਾਹੇ ਉਹ ਕਾਬਲ ਦੇ ਵਿੱਚ ਹੈ, ਚਾਹੇ ਕੰਧਾਰ ਦੇ ਵਿੱਚ ਹੈ, ਚਾਹੇ ਬੁਖਾਰੇ ਦੇ ਵਿੱਚ ਹੈ, ਬਾਮਿਆਨ ਦੇ ਵਿੱਚ ਹੈ, ਜਲਾਲਾਬਾਦ ਦੇ ਵਿੱਚ ਹੈ, ਸੁਲਤਾਨਪੁਰ ਦੇ ਵਿੱਚ ਹੈ, ਉਹਦਾ ਨੁਕਸਾਨ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਸਿੱਖਾਂ ਦੇ ਕੋਲ ਵੀ ਜਿਹੜੀਆਂ ਇਸਲਾਮ ਦੀਆਂ ਪਵਿੱਤਰ ਨਿਸ਼ਾਨੀਆਂ ਨੇ, ਸਿੱਖ ਵੀ 3-4 ਪੀੜ੍ਹੀਆਂ ਉਹਨਾਂ ਨੂੰ ਸੰਭਾਲ ਕੇ ਰੱਖਦੇ ਨੇ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਾਂਝੇ ਦੁਸ਼ਮਣ ਦੀ। ਜਦੋਂ ਇਹ ਪਤਾ ਲੱਗਦਾ ਹੈ ਕੰਵਰ ਸ਼ੇਰ ਸਿੰਘ ਨੂੰ ਕਿ ਬ੍ਰਿਟਿਸ਼ ਦੇ ਖਿਲਾਫ ਜਿਹੜੀ ਜੰਗ ਹੈ, ਇੱਕ ਪਾਸੇ ਤਾਂ ਲੇਹ ਲਦਾਖ ਦਾ ਇਲਾਕਾ ਫਤਿਹ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਉਸ ਨੇ ਦੋਸਤ ਮੁਹੰਮਦ ਖਾਨ ਦੇ ਨਾਲ ਵੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਅਕਸਰ ਅਸੀਂ ਵੇਖਦੇ ਹਾਂ ਨਾ ਕਿ ਦੋਸਤ ਮੁਹੰਮਦ ਖਾਨ ਦੀ ਇੱਕ ਚਿੱਠੀ ਜਿਹੜੀ ਮੀਡੀਆ 'ਚ ਘੁੰਮ ਰਹੀ ਹੈ ਕਿ ਉਸ ਨੇ ਮਹਾਰਾਣੀ ਜਿੰਦਾਂ ਦੇ ਬਾਰੇ ਅੰਗਰੇਜ਼ਾਂ ਨੂੰ ਨਰਮੀ ਵਰਤਣ ਦੇ ਵਾਸਤੇ ਚਿੱਠੀ ਲਿਖੀ। ਉਹਦੇ ਪਿੱਛੇ ਵੀ ਕਾਰਨ ਇਹੀ ਸੀ ਕਿ ਕਿਤੇ ਨਾ ਕਿਤੇ ਦੋਸਤ ਮੁਹੰਮਦ ਖਾਨ ਦੇ ਨਾਲ ਵੀ ਸੰਬੰਧ ਪੈਦਾ ਕੀਤੇ ਜਾ ਰਹੇ ਸੀ ਕਿਉਂਕਿ ਬਾਬਾ ਮਹਾਰਾਜ ਸਿੰਘ ਜਿਹੜੇ ਸੀਗੇ, ਬਾਬਾ ਮਹਾਰਾਜ ਸਿੰਘ ਹੋਰਾਂ ਨੇ ਦੋਸਤ ਮੁਹੰਮਦ ਖਾਨ ਦੇ ਭਰਾ ਸੁਲਤਾਨ ਮੁਹੰਮਦ ਖਾਨ ਦੇ ਨਾਲ ਬੜੇ ਵਧੀਆ ਸੰਬੰਧ ਪੈਦਾ ਕੀਤੇ ਸੀ। ਔਰ ਉਸ ਤੋਂ ਬਾਅਦ ਵੀ ਜੇਕਰ ਆ ਜਾਈਏ ਤੇ ਗਦਰ ਲਹਿਰ ਦੇ ਸਮੇਂ ਵੀ ਤੇ ਸਰਦਾਰ ਊਧਮ ਸਿੰਘ ਕਸੇਲ ਹੋਣਾ ਨੇ ਕਾਬਲ ਦੇ ਵਿੱਚ ਹੀ ਸਾਰੀ ਲਹਿਰ ਦਾ ਇਸ ਖਿੱਤੇ ਦੇ ਵਿੱਚ ਜਲਾਵਤਨ ਸਰਕਾਰ ਦੇ ਵਾਂਗੂ ਇੱਕ ਦਫ਼ਤਰ ਜਿਹੜਾ ਸੀ ਉਹ ਬਣਾਇਆ ਸੀ। ਸੋ ਮੇਰਾ ਇਸ ਸਾਰੇ ਵਰਤਾਰੇ ਨੂੰ ਦੱਸਣ ਦਾ ਭਾਵ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਉੱਥੇ ਇੱਕ ਸੱਤਾ ਤਬਦੀਲੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਸੱਤਾ ਤਬਦੀਲੀ ਤੋਂ ਬਾਅਦ ਜਿਹੜੇ ਉਹਨਾਂ ਦੇ ਸਪੋਕਸ ਪਰਸਨ ਨੇ ਉਹਨਾਂ ਦੇ ਜਿਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਆ ਰਹੇ ਨੇ, ਜਿਸ ਤੋਂ ਲੱਗ ਰਿਹਾ ਹੈ ਕਿ ਜੇਕਰ ਉਹ ਚੰਗੀ ਰਾਜ ਸੱਤਾ ਦੇਣ ਦੇ ਵਾਸਤੇ ਕਿਤੇ ਨਾ ਕਿਤੇ ਆਪਣੀ ਕਹਿ ਸਕਦੇ ਹੋ ਕਿ ਪ੍ਰਜਾ ਦੇ ਨਾਲ ਜਾਂ ਆਪਣੇ ਲੋਕਾਂ ਦੇ ਨਾਲ ਇਕਰਾਰ ਕਰ ਰਹੇ ਨੇ, ਤਾਂ ਉੱਥੇ ਜਿਹੜੀ ਸਿੱਖਾਂ ਵਰਗੀ ਘੱਟ ਗਿਣਤੀ ਕੌਮੀਅਤ ਆ ਜਿਹਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਤਬਰੁਕਾਤ ਤੇ ਤਾਰੀਖ ਦੇ ਕਹਿ ਸਕਦੇ ਹੋ ਕਿ ਇਤਿਹਾਸਕ ਦਸਤਾਵੇਜ਼ ਜਿਹੜੇ ਨੇ ਉਹ ਬਰਬਾਦ ਹੋ ਚੁੱਕੇ ਨੇ। ਪਰ ਜੋ ਕੁਛ ਰਹਿ ਗਿਆ ਹੈ ਉਹਦੇ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਜਿਹੜੀਆਂ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਨੇ ਜਾਂ ਸਿੱਖਾਂ ਦੇ ਉਹ ਵਿਦਵਾਨ ਜਿਨ੍ਹਾਂ ਦੇ ਕੋਲ ਇਸ ਸਾਰੇ ਸਮਾਨ ਦੀ ਜਾਣਕਾਰੀ ਜਾਂ ਜਿਹੜੀਆਂ ਲਿਸਟਾਂ ਨੇ ਉਹ ਪਈਆਂ ਹੋਣ, ਕਿਤੇ ਨਾ ਕਿਤੇ ਇੱਕ ਵੱਡੀ ਧਿਰ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਕੂਟਨੀਤਿਕ ਸੰਬੰਧ ਪੈਦਾ ਕਰਕੇ ਸਿੱਖਾਂ ਦੀ ਜਾਨ ਮਾਲ ਦੀ ਰਖਵਾਲੀ ਦੇ ਬਾਰੇ ਤੇ ਉੱਥੇ ਜਿਹੜੀਆਂ ਸਾਡੀਆਂ ਤਵਾਰੀਖੀ ਇਮਾਰਤਾਂ ਤੇ ਸਾਡੇ ਦਸਤਾਵੇਜ਼ ਨੇ ਉਹਨਾਂ ਦੀ ਸੰਭਾਲ ਦੇ ਬਾਰੇ ਜ਼ਰੂਰ ਯਤਨ ਕਰਨੇ ਚਾਹੀਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।